ਅਸੀਂ 6-7 ਪ੍ਰੈਸ ਕਾਨਫਰੰਸਾਂ ਕੀਤੀਆਂ ਸਨ ਵੱਡੇ ਸ਼ਹਿਰਾਂ ਵਿੱਚ ਸਾਰੀ ਜਗ੍ਹਾ। ਉਹ ਮੈਂ ਸਮਝਦਾ ਕਿ ਜਿਹੜੀ ਅਕਾਲ ਪੁਰਖ ਨੇ ਸਾਨੂੰ ਸੋਧ ਦਿੱਤੀ ਉਸੇ ਤਰ੍ਹਾਂ ਹੀ ਇਹ ਨਿਫਤੋ ਨਬੂਦ ਹੋ ਗਏ। ਸਾਨੂੰ ਬਾਦਲਾਂ ਦੇ ਹਾਰਨ ਦੇ ਗਮ ਤੇ ਬਹੁਤ ਦੂਰ ਦੀ ਗੱਲ ਹੈਗੀ, ਬੜੀ ਖੁਸ਼ੀ ਹੋਈ। ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਕੇ ਰੱਖ ਦਿੱਤਾ। ਅੱਜ ਸਿੱਖਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਹੈ ਵੀ ਸ਼੍ਰੋਮਣੀ ਅਕਾਲੀ ਦਲ ਆਮ ਪਾਰਟੀ ਕੋਲੋਂ ਕਿਵੇਂ ਨਿਫਤੋ ਨਬੂਦ ਹੋ ਗਿਆ। ਹੁਣ ਖਦਸ਼ਾ ਇਹ ਹੈਗਾ ਕਿ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਕਿਵੇਂ ਮੈਂ। ਹਰ ਇੱਕ ਪਾਰਟੀ ਨੂੰ ਇਸ ਗੱਲ ਦਾ ਤਾਂ ਪਤਾ ਹੀ ਹੈ ਉਹ ਕਿੰਨੇ ਪਾਣੀ 'ਚ ਹੈਗਾ। ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਅੱਜ ਇਸ ਗੱਲ ਦੀ ਲੋੜ ਹਰ ਪਾਰਟੀ ਨੂੰ ਹੋ ਗਈ ਹੈ। ਪਰ ਉਹ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਚਾਹੁੰਦੇ ਮਾਈਨਸ ਬਾਦਲ, ਔਰ ਉਹ ਬੰਦੇ ਬਿਲਕੁਲ ਨਹੀਂ ਲੈਣੇ ਚਾਹੀਦੇ ਜਿਨ੍ਹਾਂ ਨੇ ਬਾਦਲ ਨੂੰ ਸਹਿਯੋਗ ਦਿੱਤਾ, ਬਾਦਲ ਦੇ ਬੋਝ ਆਵਾਜ਼ ਨਹੀਂ ਉਠਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਖੁਰਾਫਾਤੀਆਂ ਦੀ। ਉਹਨਾਂ ਨੂੰ ਲੋਕੀ ਹੁਣ ਪਸੰਦ ਨਹੀਂ ਕਰਨਗੇ। ਜਿਹੜੇ ਬਾਦਲ ਦਲ ਦੇ ਵਿੱਚ ਚੰਗੀ ਸੱਚੀ ਸੁੱਚੀ ਸੋਚ ਰੱਖਣ ਵਾਲੇ ਨੇ, ਗੁਰੂ ਦਾ ਭੋਗ ਮੰਨਣ ਵਾਲੇ ਨੇ, ਉਹਨਾਂ ਨਾਲ ਨਾਕ ਰੱਖਣਾ ਚਾਹੀਦਾ ਹੈ। ਪਰ ਇਹ ਸੇਵਾ ਉਹਨੂੰ ਸੌਂਪਣੀ ਚਾਹੀਦੀ ਹੈ ਜਿਹਦੀ ਉਮਰ ਕੋਈ ਬਹੁਤੀ ਵੱਡੀ ਨਾ ਹੋਵੇ ਅਤੇ ਉਹਦੇ ਦਿਲ ਅਤੇ ਦਿਮਾਗ ਦੇ ਵਿੱਚ ਪੰਥ ਦੀ ਸੇਵਾ ਕਰਨ ਵਾਲੀ ਗੱਲ ਰੱਖੀ ਹੋਵੇ। ਮੇਰੇ ਖਿਆਲ 'ਚ ਅਗਲੇ ਕੁਝ ਦਿਨਾਂ ਵਿੱਚ ਵੱਧ ਤੋਂ ਵੱਧ ਮਹੀਨੇ ਡੇਢ ਮਹੀਨੇ ਦੇ 'ਚ ਇਹ ਕੰਮ ਸਿਰੇ ਚੱਕਣਾ ਹੈ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਭ ਤੋਂ ਪਹਿਲਾਂ ਦਿੱਲੀ ਵਿੱਚ ਇਹ ਕੰਮ ਪੂਰਾ ਕਰੀਏ ਅਤੇ ਉਹਦੀ ਸੋਚ ਲੈ ਕੇ ਫਿਰ ਅੱਗੇ ਜਾਈਏ। ਕਿੰਨੇ ਵੱਡੇ ਵੱਡੇ ਜਿਹੜੇ ਸਿੱਖ ਲੀਡਰ ਹੈਗੇ ਨੇ ਉਹ ਮੰਨ ਚੁੱਕੇ ਨੇ ਇਸ ਗੱਲ ਦੇ ਉੱਤੇ। ਇਹ ਗੱਲ ਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਅੱਜ ਬਾਦਲ ਦਲ ਦੇ 2 ਬੰਦਿਆਂ ਨੂੰ ਟੈਲੀਫੋਨਾਂ ਕੀਤੀਆਂ, ਉਹ ਕਹਿਣ ਲੱਗੇ ਕਿ ਜੋ ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਹੈਗੇ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੁੰਜਾਂ ਸਿੱਖ ਸਿਆਸਤ ਦੀਆਂ। ਸਿੱਖ ਸਿਆਸਤ ਦੇ ਅੰਦਰ 10 ਮਾਰਚ ਜਿਹੜੇ ਰਿਜ਼ਲਟ ਆਏ ਉਹਨੇ ਅਕਾਲੀ ਦਲ ਜਿਹੜੀ 100 ਸਾਲ ਪੁਰਾਣੀ ਰਵਾਇਤੀ ਪਾਰਟੀ ਸਿੱਖਾਂ ਦੇ ਸਾਡੇ ਮਸਲੇ ਚੱਕਦੀ ਸੀ, ਪਾਰਟੀ ਨੂੰ ਅੱਜ ਤਰਾਸ਼ਾਈ ਕਰਕੇ ਰੱਖਤਾ। ਸਾਡੇ ਨਾਲ ਮੌਜੂਦ ਹੈਗੇ ਨੇ ਪਰਮਜੀਤ ਸਿੰਘ ਸਰਨਾ ਜੀ, ਅਕਾਲੀ ਦਲ ਦਿੱਲੀ ਦੀ ਰਹਿਨੁਮਾਈ ਕਰਦੇ ਨੇ, ਅਤੇ ਇਹਨਾਂ ਤੋਂ ਪੁੱਛਦੇ ਹਾਂ ਅਕਾਲੀ ਦਲ ਜਿਹੜੇ 100 ਸਾਲ ਪੁਰਾਣੀ ਪਾਰਟੀ ਸੀ ਉਹਦਾ ਹੁਣ ਭਵਿੱਖ ਕੀ ਰਹਿ ਗਿਆ ਅਤੇ ਸਿੱਖ ਆਪਣੇ ਮਸਲੇ ਪੂਰੇ ਇੰਡੀਆ ਦੇ ਅੰਦਰ ਮਸਲੇ ਹੁੰਦੇ ਸੀ, ਆਪਣਾ ਅਕਾਲੀ ਦਲ ਨੂੰ ਮੂੰਹ ਵੇਖਦੇ ਸੀ, ਕਹਿੰਦੇ ਸਾਡੀ ਮਾਂ ਪਾਰਟੀ ਹੈਗੀ, ਅੱਜ ਮਾਂ ਪਾਰਟੀ ਖਤਮ ਹੁੰਦੀ ਜਾ ਰਹੀ ਹੈ। ਸਾਰਾ ਸਾਹਿਬ ਸਵਾਗਤ ਸਾਡੇ ਪ੍ਰੋਗਰਾਮ ਦੇ ਅੰਦਰ। ਮਾਂ ਪਾਰਟੀ ਕਹਿੰਦੇ ਸਾਰੇ ਅਕਾਲੀ ਦਲ ਬਾਦਲ ਨੂੰ, ਅਕਾਲੀ ਦਲ ਨੂੰ 100 ਸਾਲ ਪੁਰਾਣੀ ਪਾਰਟੀ ਸੀ ਜੋ ਖਤਮ ਹੁੰਦੀ ਜਾ ਰਹੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਗੱਲ ਹੈਗੀ ਕਿ ਮਾਂ ਪਾਰਟੀ ਹੈ, ਤੁਸੀਂ ਲਫ਼ਜ਼ ਵਰਤਿਆ ਹੈ, ਮੈਂ ਇਹ ਨਹੀਂ ਸਮਝ ਕਹਿਣਾ ਚਾਹੁੰਦਾ ਉਹ ਗਲਤ ਹੈ ਠੀਕ ਹੈ ਜੋ ਹੈ। ਪਰ ਸ਼੍ਰੋਮਣੀ ਅਕਾਲੀ ਦਲ ਹੋਣ ਦੀ ਇਸ ਵਿੱਚ ਆਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜੋ ਸਿੱਖਾਂ ਨਾਲ ਜਾਸਤੀਆਂ ਹੋਈਆਂ ਸਨ ਔਰ ਜੋ ਗੁਰਦੁਆਰਿਆਂ ਦੇ ਉੱਤੇ ਅੰਗਰੇਜ਼ਾਂ ਨੇ ਮੰਨਤਾਂ ਨੂੰ ਕਾਬਜ਼ ਕਰਾਤਾ ਸੀ ਔਰ ਉਸ ਕੋਲ ਜੋ ਦੁਰਦਸ਼ਾ ਸੀ ਗੁਰਦੁਆਰਾ ਪ੍ਰਬੰਧ ਦੀ, ਨਿਜ਼ਾਮ ਦੀ, ਸਿੱਖ ਕੌਮ ਦੀ ਕੋਈ ਗੱਲ ਸੁਣਨ ਵਾਲਾ ਨਹੀਂ ਸੀ, ਤਾਂ ਸਿੰਘ ਸਭਾ ਲਹਿਰ ਸ਼ੁਰੂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਅਤੇ ਸਿੱਖਾਂ ਦੀਆਂ ਮਰਿਆਦਾ ਅਤੇ ਪਰੰਪਰਾਵਾਂ ਨੂੰ ਲਾਗੂ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆਇਆ ਸੀ। ਇਸੇ ਕਰਕੇ ਤਕਰੀਬਨ ਸਮਝ ਲਓ ਅੱਜ 100 ਸਾਲ ਹੋਣ ਵਾਲੇ ਨੇ ਸ਼੍ਰੋਮਣੀ ਕਮੇਟੀ ਨੂੰ ਬਣਿਆ। ਜਿਤਨੀਆਂ ਵੀ ਇਲੈਕਸ਼ਨਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਬਹੁਤ ਵੱਡੀ ਤਾਕਤ ਦੇ ਨਾਲ। ਤਕਰੀਬਨ ਅੱਜ ਤੋਂ 50 ਸਾਲ ਪਹਿਲਾਂ 1964-65 ਦੇ ਵਿੱਚ ਅਕਾਲੀ ਦਲ ਪਹਿਲੀ ਦਫਾ 2 ਫਾੜ ਹੋਇਆ। ਇੱਕ ਅਕਾਲੀ ਦਲ ਬਣਿਆ, ਇੱਕ ਦੀ ਅਗਵਾਈ ਮਾਸਟਰ ਤਾਰਾ ਸਿੰਘ ਨੇ ਕੀਤੀ। ਉਸ ਤੋਂ ਬਾਅਦ ਸੰਨ 85 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਦਰਬਾਰ ਸਾਹਿਬ ਦੇ ਸਾਕੇ ਤੋਂ ਬਾਅਦ ਖਤਰਾ ਹੋਇਆ ਸੀ ਅਕਾਲੀ ਦਲ ਨੂੰ, ਪਰ ਉਸ ਦੀ ਅਕਾਲੀ ਲੀਡਰਸ਼ਿਪ ਨੇ ਇਸ ਖਤਰੇ ਤੋਂ ਅਕਾਲੀ ਦਲ ਨੂੰ ਬਚਾ ਲਿਆ ਸੀ। ਪਰ ਸੰਨ 86 ਦੇ ਵਿੱਚ ਅਕਾਲੀ ਦਲ 2 ਫਾੜ ਹੋ ਗਿਆ। ਇੱਕ ਦੇ ਉੱਤੇ ਬਾਦਲ ਨੇ ਕਬਜ਼ਾ ਕਰ ਲਿਆ, ਇੱਕ ਦੇ ਉੱਤੇ ਕਦੀ ਬਰਨਾਲਾ, ਕਦੀ ਟੋੜਾ, ਕਦੀ ਕੋਈ ਹੁੰਦਾ ਰਿਹਾ।
ਪਰ सन 96 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਨੂੰ 10 ਸਾਲ ਹੋ ਗਏ ਸਨ ਉਸ ਕੋਲ ਪ੍ਰਧਾਨ ਬਣਿਆ ਤੇ ਅਕਾਲੀ ਦਲ ਦੀ 75ਵੀਂ ਵਰ੍ਹੇਗੰਢ ਮਨਾਈ ਗਈ ਸੀ ਮੋਗਾ ਦੇ ਵਿੱਚ। ਉਹਨਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਰੱਖ ਦਿੱਤਾ ਤਾਂ ਕਿ ਜਿਹੜੀਆਂ ਅਗਲੇ ਸਾਲ ਚੋਣਾਂ ਹੋਣੀਆਂ ਹਨ ਉਹਨਾਂ ਨੂੰ ਕਿਹਾ ਵੀ ਅਕਾਲੀ ਦਲ ਨੂੰ ਲੋਕੀ ਸਿੱਖਾਂ ਦੀ ਪਾਰਟੀ ਨਾ ਸਮਝਣ, ਸਾਰੇ ਪੰਜਾਬੀਆਂ ਨੂੰ ਸਮਝਣ ਤੇ ਸਾਨੂੰ ਵੋਟਾਂ ਪਾਉਣ ਔਰ ਅਸੀਂ ਇਹ ਵੋਟਾਂ ਲੈ ਕੇ ਤੇ ਅਸੀਂ ਪੰਜਾਬ ਦੀ ਰਾਜਸੱਤਾ ਤੇ ਹਾਵੀ ਹੋਈ ਹੈ। ਇਹ ਅਕਾਲੀ ਦਲ ਦਾ ਭੋਗ ਤੇ ਉਸ ਦਿਨ ਉਹਨਾਂ ਨੇ ਪਾਤਾ ਸੀ। ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਪੰਥਕ ਮੁੱਦਿਆਂ ਦੇ ਉੱਤੇ ਬਹੁਤਾ ਧਿਆਨ ਨਹੀਂ ਰੱਖਿਆ ਗਿਆ। ਉਸ ਤੋਂ ਪਹਿਲੇ ਪੰਥਕ ਮੁੱਦੇ ਜਿਹੜੇ ਸਨ ਅਕਾਲੀ ਦਲ ਦੇ ਇਹ ਹਾਵੀ ਰਹੇ ਸਨ, ਪਰ 1997 'ਚ ਫਿਰ 2002 ਦੇ ਵਿੱਚ ਫਿਰ 7 ਦੇ ਵਿੱਚ ਫਿਰ 12 ਵਿੱਚ 17 ਵਿੱਚ ਪੰਥਕ ਮੁੱਦਿਆਂ ਨੂੰ ਅਕਾਲੀ ਦਲ ਛੱਡਦਾ ਗਿਆ। ਸਨ 12 ਤੋਂ ਬਾਅਦ ਬਾਦਲ ਨੇ ਤੀਜੀ ਵਾਰ ਮੁੱਖ ਮੰਤਰੀ ਬਣਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾ ਦਿੱਤੀ। ਉਹ ਵੀ ਡੇਰਾ ਸਾਹਿਬ ਦੇ ਕਹਿਣ ਦੇ ਉੱਤੇ, ਉਹਦੇ ਜਿਹੜੇ ਸਨ ਚੇਲੇ ਚਪਟੇ ਉਹਨਾਂ ਦੇ ਕਹਿਣ 'ਤੇ ਵੀ ਇਹਨਾਂ ਦੀ 1 ਕਰੋੜ ਮੈਨੂੰ ਵੋਟ ਪੈ ਜਾਏਗੀ ਔਰ ਅਕਾਲੀ ਦਲ ਦੁਬਾਰਾ ਜਿੱਤੇਗਾ। ਇੱਥੋਂ ਤੱਕ ਕਿ ਦਿੱਲੀ ਦੇ ਨਾਮ ਤਰੀਕ ਜਿਹੜਾ ਲੀਡਰ ਸੀ ਉਸਨੇ ਕਹਿਤਾ ਜੀ ਅਕਾਲ ਤਖਤ ਦੇ ਜਥੇਦਾਰ ਨੇ ਬੜਾ ਵਧੀਆ ਕੀਤਾ ਹੈ, ਇਹਨਾਂ ਨੂੰ ਮਾਫੀ ਦੇ ਕੇ ਡੇਰਾ ਸਾਹਿਬ ਵਾਲਿਆਂ ਨੂੰ ਅਕਾਲੀ ਦਲ ਦੀ 1 ਕਰੋੜ ਵੋਟ ਵਧਾ ਦਿੱਤੀ। ਮਤਲਬ ਅਕਾਲੀ ਦੀ ਜੇ ਰਾਜਨੀਤੀ ਸੀ ਬਾਦਲ ਦੀ ਸੋਚ ਦੇ ਵਿੱਚ ਉਹ ਵੋਟਾਂ ਤੱਕ ਸੀਮਿਤ ਰਹਿ ਗਈ, ਪੰਥਕ ਮੁੱਦਿਆਂ ਨੂੰ ਛੱਡ ਗਈ, ਗੁਰੂ ਨੂੰ ਦਾਅ 'ਤੇ ਲਾਤਾ। ਸਰ ਹੁਣ ਕਈ ਜਿਹੜੇ ਛੋਟੇ ਛੋਟੇ ਮਸਲਾ ਮੈਂ ਕਹਿ ਸਕਦਾ ਅਕਾਲੀ ਦਲ ਦੀ ਹੈਗੀਆਂ ਨੇ, ਅਕਾਲੀ ਦਲ ਅਸੀਂ ਇਸ ਵਾਰ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਨੇ ਜਦ 22 ਜਨਵਰੀ ਦੀਆਂ ਚੋਣਾਂ ਵਿੱਚ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਵਾੜੀ ਔਰ 12 ਘੰਟੇ ਚੋਣ ਨਾ ਹੋਣ ਦਿੱਤੀ, ਉਸ ਤੋਂ ਬਾਅਦ ਪੁਲਿਸ ਦੀ ਦਖਲ ਅੰਦਾਜ਼ੀ ਦੇ ਵਿੱਚ ਇਹਨਾਂ ਨੇ ਚੋਣ ਕਰਾ ਕੇ ਪੁਲਿਸ ਨੇ ਇਹਨਾਂ ਨੂੰ ਮੈਂਬਰੀਆਂ ਸੌਂਪ ਦਿੱਤੀਆਂ, ਪ੍ਰਧਾਨੀਆਂ ਸੌਂਪ ਦਿੱਤੀਆਂ। ਇਹ ਗੱਲ ਚਿੱਟੇ ਦੁੱਧ ਵਾਂਗ ਸਾਰਿਆਂ ਦੇ ਸਾਹਮਣੇ ਵਾਪਰੀ। ਕਿਸੇ ਇੱਕ ਅਕਾਲੀ ਨੇ ਇਹਦੀ ਨਿੰਦਾ ਨਹੀਂ ਕੀਤੀ, ਅਕਾਲ ਤਖਤ ਦੇ ਜਥੇਦਾਰ ਦੀ ਨਿੰਦਾ ਨਹੀਂ ਕੀਤੀ ਵੀ ਪੁਲਿਸ ਕਿਉਂ ਵਾੜੀ ਗਈ, ਪੁਲਿਸ ਐਕਸ਼ਨ ਕਿਉਂ ਕੀਤਾ ਗਿਆ। ਅਸੀਂ ਫਿਰ ਇਹ ਜਾ ਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਪ੍ਰੈਸ ਕਾਨਫਰੰਸਾਂ ਦੇ ਰਾਹੀਂ। ਅਸੀਂ ਕਿਹਾ ਜੀ ਅਸੀਂ ਜਗ੍ਹਾ ਜਗ੍ਹਾ 'ਤੇ ਜਾ ਨਹੀਂ ਸਕਦੇ। ਪ੍ਰੈਸ ਵਾਲਿਆਂ ਨੇ ਕਿਹਾ ਵੀ ਸਾਡੀ ਰਿਕੁਐਸਟ ਹੈ ਕਿ ਜਿਹੜੀ ਅਸੀਂ ਅਪੀਲ ਲੈ ਕੇ ਆਏ ਹਾਂ ਇਹ ਤੁਸੀਂ ਹਰ ਜਗ੍ਹਾ ਪਹੁੰਚਾਉਣਾ ਆਪਣੇ ਅਖਬਾਰਾਂ ਰਾਹੀਂ ਔਰ ਸੋਸ਼ਲ ਮੀਡੀਆ ਰਾਹੀਂ। ਅਸੀਂ 6-7 ਪ੍ਰੈਸ ਕਾਨਫਰੰਸਾਂ ਕੀਤੀਆਂ ਸਾਨੂੰ ਵੱਡੇ ਸ਼ਹਿਰਾਂ ਵਿੱਚ, ਸਾਰੀ ਜਗ੍ਹਾ। ਉਹ ਮੈਂ ਸਮਝਦਾ ਕਿ ਜਿਹੜੀ ਅਕਾਲ ਪੁਰਖ ਨੇ ਸਾਨੂੰ ਸੋਧ ਦਿੱਤੀ ਉਸੇ ਤਰ੍ਹਾਂ ਹੀ ਇਹ ਨਿਫਤ ਨਬੂਦ ਹੋ ਗਏ। ਸਾਨੂੰ ਬਾਦਲਾਂ ਦੇ ਹਾਰਨ ਦਾ ਗਮ ਤੇ ਬਹੁਤ ਦੂਰ ਦੀ ਗੱਲ ਹੈਗੀ, ਬੜੀ ਖੁਸ਼ੀ ਹੋਈ, ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਕੇ ਰੱਖ ਦਿੱਤਾ। ਭਾਵੇਂ ਪਿਛਲੇ 20-25 ਸਾਲਾਂ 'ਚੋਂ ਇਹ ਪੰਥਕ ਹਿੱਤਾਂ 'ਚ ਕੋਈ ਗੱਲ ਨਹੀਂ ਸੀ ਕਰ ਰਿਹਾ, ਪਰ ਫਿਰ ਵੀ ਸਿੱਖਾਂ ਨੂੰ ਉਮੀਦ ਸੀ ਕਿ ਸਾਡੀ ਇਹ ਪਾਰਟੀ ਹੈਗੀ ਔਰ ਸਿੱਖ ਨੂੰ ਕਿਤੇ ਵੀ ਤਕਲੀਫ ਹੋਵੇ ਉਹ ਅਕਾਲੀ ਦਲ ਕੋਲ ਆਪਣੀ ਪਹੁੰਚ ਕਰਦੇ ਸਨ, ਭਾਵੇਂ ਧਾਰਮਿਕ ਤੌਰ 'ਤੇ, ਭਾਵੇਂ ਰਾਸ਼ਟਰੀ ਤੌਰ 'ਤੇ, ਭਾਵੇਂ ਆਰਥਿਕ ਤੌਰ 'ਤੇ, ਭਾਵੇਂ ਸਮਾਜਿਕ ਤੌਰ 'ਤੇ। ਇੱਕ ਉਹਨਾਂ ਦੇ ਮਨ ਵਿੱਚ ਸੀ ਕਿ ਸਾਡੀ ਪਾਰਟੀ ਹੈਗੀ ਔਰ ਅਸੀਂ ਇਸ ਨੂੰ ਸਾਡੇ ਕੰਮ ਆ ਸਕਦੀ ਹੈ। ਅੱਜ ਸਿੱਖਾਂ ਨੂੰ ਇਸ ਗੱਲ ਦੀ ਬੜੀ ਤਕਲੀਫ ਹੈ ਵੀ ਸ਼੍ਰੋਮਣੀ ਅਕਾਲੀ ਦਲ ਆਮ ਪਾਰਟੀ ਕੋਲੋਂ ਕਿਵੇਂ ਨਿਫਤੋ ਨਬੂਦ ਹੋ ਗਿਆ। ਸਾਡਾ ਹੁਣ ਖਰਚਾ ਹੈਗਾ ਕਿ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਕਿਵੇਂ ਮੈਂ ਕਿਵੇਂ ਬਚਾਇਆ ਜਾਏਗਾ, ਕਿਉਂਕਿ ਛੋਟੀ ਛੋਟੀ ਮਸਲਾ ਬਥੇਰੀਆਂ ਬਣ ਚੁੱਕੀਆਂ ਨੇ। ਜਾਗੋ ਪਾਰਟੀ, ਅਕਾਲੀ ਦਲ ਦਿੱਲੀ ਹੈ, ਅੰਮ੍ਰਿਤਸਰ ਹੈ, ਬਥੇਰੀ ਪਾਰਟੀਆਂ ਬਣ ਚੁੱਕੀਆਂ ਨੇ, ਉਹਨਾਂ ਦਾ ਕਿਵੇਂ ਇਕਜੁੱਟ ਕੀਤਾ ਜਾਏਗਾ। ਦੇਖੋ ਗੱਲ ਹੈਗੀ
ਹਰ ਇੱਕ ਪਾਰਟੀ ਨੂੰ ਇਸ ਗੱਲ ਦਾ ਤਾਂ ਪਤਾ ਹੀ ਹੈ ਉਹ ਕਿੰਨੇ ਪਾਣੀ 'ਚ ਹੈਗਾ। ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਅੱਜ ਇਸ ਗੱਲ ਦੀ ਲੋੜ ਹਰ ਪਾਰਟੀ ਨੂੰ ਹੋ ਗਈ ਹੈ। ਪਰ ਉਹ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਚਾਹੁੰਦੇ ਹਨ ਮਾਈਨਸ ਬਾਦਲ, ਔਰ ਉਹ ਬੰਦੇ ਬਿਲਕੁਲ ਨਹੀਂ ਲੈਣੇ ਚਾਹੀਦੇ ਜਿਨ੍ਹਾਂ ਨੇ ਬਾਦਲ ਨੂੰ ਸਹਿਯੋਗ ਦਿੱਤਾ, ਬਾਦਲ ਦੇ ਵਿਰੁੱਧ ਆਵਾਜ਼ ਨਹੀਂ ਉਠਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਖੁਰਾਫਾਤੀਆਂ ਦੀ। ਉਹਨਾਂ ਨੂੰ ਲੋਕੀ ਹੁਣ ਪਸੰਦ ਨਹੀਂ ਕਰਨਗੇ। ਨਹੀਂ ਤਾਂ ਬ੍ਰਹਮਪੁਰਾ ਨਾ ਹਾਰਦਾ, ਤੋਤਾ ਸਿੰਘ ਨਾ ਹਾਰਦਾ, ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਵੀ ਸੱਚਾ ਸੁੱਚਾ ਸਿੱਖ ਸੀ ਤੋਤਾ ਸਿੰਘ, ਪਰ ਹਾਰਿਆ ਇਸ ਵਾਸਤੇ ਵੀ ਬਾਦਲਾਂ ਦੇ ਨਾਲ ਰਿਹਾ, ਬਾਦਲਾਂ ਨਾਲ ਜ਼ਿੰਦਗੀ ਕੱਟਤੀ, ਉਸਨੇ ਹਾਰ ਗਿਆ। ਸਾਡੀ ਇਹ ਹੈਗੀ ਗੱਲ, ਅਸੀਂ ਪੰਜਾਬ ਦੇ ਬੁੱਧੀਜੀਵੀਆਂ ਨਾਲ, ਪੰਥ ਦੇ ਹਿੱਤ ਵਿੱਚ ਸੋਚਣ ਵਾਲਿਆਂ ਨਾਲ ਇਹ ਅਸੀਂ ਗੱਲ ਕਰ ਰਹੇ ਹਾਂ ਕਿ ਸਾਨੂੰ ਅਕਾਲੀ ਦਲ ਨੂੰ ਰਿਵਾਈਵ ਕਰਨਾ ਪੈਣਾ ਹੈ। ਮਾਨਸ ਦਲ ਜਿਹੜੇ ਬਾਦਲ ਦਲ ਦੇ ਵਿੱਚ ਚੰਗੀ ਸੱਚੀ ਸੁੱਚੀ ਸੋਚ ਰੱਖਣ ਵਾਲੇ ਨੇ, ਗੁਰੂ ਦਾ ਭੋਗ ਮੰਨਣ ਵਾਲੇ ਨੇ, ਉਹਨਾਂ ਨਾਲ ਨਾਕ ਰੱਖਣਾ ਚਾਹੀਦਾ ਹੈ। ਪਰ ਇਹ ਸੇਵਾ ਉਹਨੂੰ ਸੌਂਪਣੀ ਚਾਹੀਦੀ ਹੈ ਜਿਹਦੀ ਉਮਰ ਕੋਈ ਬਹੁਤੀ ਵੱਡੀ ਨਾ ਹੋਵੇ ਅਤੇ ਉਹਦੇ ਦਿਲ ਅਤੇ ਦਿਮਾਗ ਦੇ ਵਿੱਚ ਪੰਥ ਦੀ ਸੇਵਾ ਕਰਨ ਵਾਲੀ ਗੱਲ ਰੱਖੀ ਹੋਵੇ ਵੀ ਪੰਥ ਦੀ ਸੇਵਾ ਕਿਵੇਂ ਕਰਨੀ ਹੈ, ਅਕਾਲੀ ਦਲ ਨੂੰ ਰਿਵਾਈਵ ਕਿਵੇਂ ਕਰਨਾ ਹੈ। ਉਹਦੇ ਮਨ 'ਚ ਇਹ ਨਾ ਹੋਵੇ ਕਿ ਮੈਂ ਮੁੱਖ ਮੰਤਰੀ ਬਣ ਕੇ ਕਿਵੇਂ ਲੁੱਟਣਾ ਹੈ, ਕਿਵੇਂ ਵਧਣਾ ਕਿ ਅਮੀਰ ਬਣਨਾ ਹੈ ਔਰ ਮੈਂ ਬਾਦਲ ਤੋਂ ਵੱਧ ਅਮੀਰ ਬਣ ਕੇ ਦੱਸਾਂ, ਇਹ ਸੋਚਣਾ ਹੋਵੇ। ਸਿਰਫ ਗੁਰੂ ਪੰਥ ਔਰ ਪੰਥ ਦੀ ਔਰ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਨਿਸ਼ਚਾ ਰੱਖਣ ਵਾਲਿਆਂ ਦੀ ਇਹ ਪਾਰਟੀ ਬਣਨੀ ਚਾਹੀਦੀ ਹੈ, ਜਿਹਦੇ ਲਈ ਸਾਡੇ ਕੋਲ ਕੋਈ ਸਹਿਯੋਗ ਮੰਗੇਗਾ ਤਾਂ ਅਸੀਂ ਇਹ ਸਹਿਯੋਗ ਪੂਰਾ ਦੇਣ ਵਾਸਤੇ ਤਿਆਰ ਹਾਂ। ਇਹ ਅਕਾਲੀ ਦਲ ਸੰਯੁਕਤ ਤਾਂ ਨਹੀਂ ਕਹਿਲਾਇਆ ਜਾਏਗਾ ਜਾਂ ਅਕਾਲੀ ਦਲ ਕੁਝ ਹੋਰ ਨਾ ਤਾਂ ਨਹੀਂ? संयुक्त वाले ने तो आप ही कल ढींढसा साहब ने इस्तीफा देता है भी प्रधानगी तो भी देता तो संयुक्त ਨੂੰ ਹੀ अलविदा कर ਦਿੱਤੀ। मैं समझदा भी बड़ी छेती और सुचड़ा फैसला लिया है। पर गल तो हैगी कि अकाली दल ਨੂੰ ਰਿਵਾਈਵ ਕਰਨਾ ਕਿਵੇਂ ਹੈ। ਇਸ ਦੇ ਵਿੱਚ ਅਸੀਂ ਜਿਹੜੀਆਂ ਪੰਥ ਦੇ ਇਤਿਹਾਸੀ ਸ਼ਖਸੀਅਤਾਂ ਹੈਗੀਆਂ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਜਥੇਦਾਰ, ਹੋਰ ਸਾਬਕਾ ਜਥੇਦਾਰ ਜਿਹੜੇ ਹੈਗੇ, ਕਿਸੇ ਨੂੰ ਕਹਾਂਗੇ ਗਿਆਨੀ ਰਣਜੀਤ ਸਿੰਘ ਨੂੰ ਵੀ ਅਪਰੋਚ ਕਰਨ, ਜਥੇਦਾਰ ਰਣਜੀਤ ਸਿੰਘ ਨੂੰ, ਗਿਆਨੀ ਪਿੰਦਰਪਾਲ ਸਿੰਘ ਵਰਗੇ ਕਥਾਵਾਚਕ ਪੰਥ ਦੇ ਮਹਾਨ, ਔਰ ਹੋਰ ਮੀਡੀਆ ਦੇ ਸਾਰੀਆਂ ਸ਼ਖਸੀਅਤਾਂ ਨੂੰ ਨਾਲ ਲੈ ਕੇ ਉਹਨਾਂ ਦੀ ਰਾਏ ਲੈ ਕੇ ਇਹ ਕਰਨ। ਇਹ ਸਾਡੀ ਸੋਚ ਹੈਗੀ। ਮੈਨੂੰ ਉਮੀਦ ਹੈ ਕਿ ਕੱਲ੍ਹ ਦਿੱਲੀ ਦੇ ਵਿੱਚ ਮਨਜੀਤ ਸਿੰਘ ਨੇ ਵੀ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ, ਅਸੀਂ ਵੀ ਆਪਣੇ ਮੈਂਬਰਾਂ ਨੂੰ ਬੁਲਾਇਆ, ਉਹਨਾਂ ਦੀ ਰਾਏ ਲਈ। ਉਹ ਸਾਰੇ ਸਾਡੀ ਇਸ ਸੋਚ ਨਾਲ ਸਹਿਮਤ ਹੈਗੇ ਕਿ ਹੁਣ ਅਕਾਲੀ ਦਲ ਰਿਵਾਈਵ ਕਰਨ ਲਈ ਇੱਕ ਅਕਾਲੀ ਦਲ ਹੋਣਾ ਚਾਹੀਦਾ। ਜਿਹੜੇ ਬਾਕੀ ਬੰਦੇ ਹੈਗੇ ਮਾਨਸ ਬਾਦਲ ਦਲੀਏ ਜਾਂ ਜਿਨ੍ਹਾਂ ਦਾ ਰਿਕਾਰਡ ਦਿੱਲੀ 'ਚ ਬਹੁਤ ਖਰਾਬ ਹੈਗਾ, ਉਹਦੇ ਬਗੈਰ ਅਸੀਂ ਉਮੀਦ ਹੈ ਕਿ ਸਾਡੇ ਨਾਲ। ਮਗਰ ਅਕਾਲੀ ਦਲ ਦੇ ਅੰਦਰ ਤੇ ਹਰਮੀਤ ਸਿੰਘ ਕਾਲਕਾ ਵੀ ਆਣਗੇ, ਕਾਲੋ ਵੀ ਆਣਗੇ, ਹੋਰ ਵੀ ਤੇ ਲੀਡਰ ਆਣਗੇ। ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਇਹਨਾਂ ਸਾਰਿਆਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਗੱਲ ਕਰਨੀ ਪੈਣੀ ਹੈ, ਭਾਵੇਂ ਕੱਲ੍ਹ ਹੋਵੇ। ਉਹਦੇ 'ਚ ਕਈਆਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਰ ਉਹਨਾਂ ਦੀ ਕੋਈ ਥਾਂ ਨਹੀਂ ਹੈਗੀ। ਜਿਹੜੇ ਸਿੱਖ ਹਨ ਉਹਨਾਂ ਦੀ ਥਾਂ ਹੈ, ਜਿਹੜੇ ਸਿੱਖ ਨਹੀਂ, ਆਪਣੀ ਜਾਤ ਦੀ ਖਾਤਰ, ਆਪਣੇ ਫਾਇਦੇ ਦੀ ਖਾਤਰ ਹਰ ਇੱਕ ਨੂੰ ਵੇਚ ਸਕਦੇ ਹਨ, ਉਹਨਾਂ ਦੀ ਕੋਈ ਥਾਂ ਨਹੀਂ। ਉਹ ਸਾਨੂੰ ਵੀ ਪਤਾ ਹੈ, ਉਹਨਾਂ ਨੂੰ ਵੀ ਪਤਾ ਹੈ। ਜਿਨ੍ਹਾਂ ਨੂੰ ਆਪਣੇ ਕੁਰਸੀ ਦੇ ਪ੍ਰਧਾਨਗੀ ਦੇ ਲਾਲਚ ਵਿੱਚ ਪ੍ਰਧਾਨਗੀਆਂ ਛੱਡ ਦਿੰਦੇ ਨੇ, ਪਾਰਟੀ ਛੱਡ ਦਿੰਦੇ ਨੇ, ਸੋਚ ਛੱਡ ਦਿੰਦੇ ਨੇ, ਉਹਨਾਂ ਦੀ ਕੋਈ ਥਾਂ ਨਹੀਂ। ਤੇ ਉਹਨਾਂ ਦੇ ਨਾਲ ਜੁੜੇ ਬੰਦਿਆਂ ਦੀ ਥਾਂ ਹੈਗੀ ਕਿ ਉਹ ਵੀ ਨਹੀਂ ਹੈਗੀ? ਜਿਹੜੇ ਕਹਿਣਗੇ ਵੀ ਅਸੀਂ ਸਿੱਖ ਕੌਮ ਦੀ ਸੇਵਾ ਕਰਨ ਵਾਸਤੇ ਹਾਜ਼ਰ ਹਾਂ, ਠੀਕ ਹੈ। ਮੇਰੇ ਖਿਆਲ 'ਚ ਅਗਲੇ ਕੁਝ ਦਿਨਾਂ ਵਿੱਚ, ਵੱਧ ਤੋਂ ਵੱਧ ਮਹੀਨੇ ਡੇਢ ਮਹੀਨੇ ਦੇ 'ਚ ਇਹ ਕੰਮ ਸਿਰੇ ਚੱਕਣਾ ਹੈ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਭ ਤੋਂ ਪਹਿਲਾਂ ਦਿੱਲੀ ਵਿੱਚ ਇਹ ਕੰਮ ਪੂਰਾ ਕਰੀਏ ਅਤੇ ਉਹਦੀ ਸੋਚ ਲੈ ਕੇ ਫਿਰ ਅੱਗੇ ਜਾਈਏ। ਪਹਿਲੇ ਦਿੱਲੀ 'ਚ ਸ਼ੁਰੂਆਤ ਹੋਏਗੀ? ਬਿਲਕੁਲ ਕਰਾਂਗੇ। ਜੇ ਅਸੀਂ ਦਿੱਲੀ ਕਾਮਯਾਬੀ ਮਿਲੀ ਤਾਂ ਫਿਰ ਅੱਗੇ ਗੱਲ ਪੰਜਾਬ 'ਚ ਵੀ ਕਰਾਂਗੇ। ਜਿਹੜੀ ਅਕਾਲੀ ਦਲ ਨਵੀਂ ਬਣੇਗੀ, ਇਹ ਸਿਰਫ ਦਿੱਲੀ ਦੇ ਗੁਰਦੁਆਰੇ ਚੋਣਾਂ ਵਾਸਤੇ ਬਣੇਗੀ ਜਾਂ ਬਾਕੀ ਚੋਣ ਵੀ ਲੜੇਗੀ? ਕਿਉਂ ਨਹੀਂ ਲੜੇਗੀ ਜੀ? ਹਰ ਚੋਣ ਲੜਨਗੇ। ਜੇ ਚੋਣ ਨਹੀਂ ਲੜਨਗੇ ਪੰਜਾਬ ਦੇ ਵਿੱਚ ਤਾਂ ਰਾਜ ਕਿਵੇਂ ਕਰਨਗੇ?
ਰਾਜ ਨਹੀਂ ਕਰਨਗੇ ਤਾਂ ਫਿਰ ਧਰਮ ਕਿਵੇਂ ਬਚਾਉਣਗੇ? ਇਹ ਥੋੜ੍ਹੀ ਹੈ ਕਿ ਹੁਣ ਉਹਦਾ ਨਾਂ ਕੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗਦੀ ਸੀ ਉੱਥੇ ਹੁਣ ਚਲੋ ਅੰਬੇਦਕਰ ਵਧੀਆ ਬੰਦਾ ਉਹਦੀ ਲਾ ਦੇਣ, ਪਰ ਉਹਨਾਂ ਦੀ ਫੋਟੋ ਅਡੈਟ ਕਰਨ ਨਾ। ਦਰਬਾਰ ਸਾਹਿਬ ਦੀ ਫੋਟੋ ਲੱਗਦੀ ਸੀ ਉਹ ਹਟਾ ਦੇਣ, ਤੇ ਇਹ ਤਾਂ ਧਰਮ ਨੂੰ ਤਲਾਂਜਲੀ ਦੇ ਰਹੇ ਨੇ। ਮੇਰਾ ਲਾਸਟ ਸਵਾਲ ਪੁੱਛਣਾ ਚਾਹਾਂਗਾ, ਕਿੰਨੇ ਵੱਡੇ ਵੱਡੇ ਜਿਹੜੇ ਸਿੱਖ ਲੀਡਰ ਹੈਗੇ ਨੇ ਉਹ ਮੰਨ ਚੁੱਕੇ ਨੇ ਇਸ ਗੱਲ ਦੇ ਉੱਤੇ? ਇਹ ਗੱਲ ਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਅੱਜ ਬਾਦਲ ਦਲ ਦੇ 2 ਬੰਦਿਆਂ ਨੂੰ ਟੈਲੀਫੋਨਾਂ ਕੀਤੀਆਂ, ਉਹ ਕਹਿਣ ਲੱਗੇ ਕਿ ਜੋ ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ ਸਹਿਮਤ ਹੈਗੇ। ਮੈਂ ਕਿਹਾ ਸਹਿਮਤ ਹੈਗੇ ਹੋ ਤਾਂ ਜਿਹੜੀ ਤੁਹਾਡੀ ਪੰਥਕ ਸੋਚ ਹੈ ਉਸ ਨੂੰ ਉਜਾਗਰ ਕਰੋ। ਜਿਹੜੀ ਤੁਸੀਂ ਆਪਣੀ ਸੋਚ ਬਾਦਲਾਂ ਦੇ ਗਹਿਣੇ ਪਾਈ ਹੋਈ ਸੀ ਉਹਨੂੰ ਕੱਢੋ। ਤੁਸੀਂ MLA ਬਣਨ ਵਾਸਤੇ ਬਾਦਲਾਂ ਕੋਲ ਗਏ ਹੋ, ਵਾਪਸ ਆਓ, ਪੰਥਕ ਸੋਚ 'ਤੇ ਪਹਿਰਾ ਦਿਓ। ਉਹ ਐਗਰੀਡ ਸਨ। ਦਿੱਲੀ ਦੇ ਵੀ ਸਾਰੇ ਸਿੱਖ ਐਗਰੀ ਹੈਗੇ ਨੇ? ਦੇਖੋ ਜੀ, ਮੈਨੂੰ ਤਾਂ ਲੱਗਦਾ ਪਿਆ ਐਗਰੀ ਹੈਗੇ, ਕੋਈ ਹੋਰ ਨਾ ਕੁਝ ਹੋਇਆ ਤਾਂ ਠੀਕ ਹੈ। ਇਟ ਇਜ਼ ਲੁਕਿੰਗ ਵੈਰੀ ਗੁੱਡ, ਵੈਰੀ। ਐਸੀ ਪਰਮਜੀਤ ਸਿੰਘ ਸਰਨਾ ਜੀ, ਜਿਨ੍ਹਾਂ ਦਾ ਕਹਿਣਾ ਸੀ ਕਿ ਸਿੱਖਾਂ ਦੀ ਹੋਂਦ ਨੂੰ ਬਚਾਉਣ ਵਾਸਤੇ ਛੋਟੀ ਛੋਟੀ ਮਿਸਲਾਂ, ਛੋਟੀ ਛੋਟੀ ਪਾਰਟੀਆਂ ਬਣਨ ਤੋਂ ਵਧੀਆ ਇੱਕ ਵੱਡੀ ਪਾਰਟੀ ਬਣ ਕੇ ਸਾਹਮਣੇ ਆਇਆ ਜਾਏ ਜਿਹੜੇ ਸਿੱਖਾਂ ਦੇ ਮਸਲਿਆਂ ਨੂੰ ਚੱਕਣ ਦੀ ਤਾਕਤ ਵੀ ਰੱਖੇ। ਦੇਖਦੇ ਰਹੋ ਵੌਇਸ ਆਫ ਇੰਡੀਆ।